ਪੀਊਸ਼ ਗੋਇਲ ਜਿਹੜਾ ਵਿੱਚ ਬਹਿੰਦਾ, ਜਿਵੇਂ 10 ਮੂੰਹ ਹੁੰਦੇ ਆ ਨਾ, ਆਪਾਂ ਰਾਵਣ ਦੇ ਦੇਖੇ ਆ, ਇਹ ਪੀਊਸ਼ ਗੋਇਲ ਦੇ 10 ਮੂੰਹ ਆ। ਅਮਾਨੀ, ਅਡਾਨੀ, ਟਾਟਾ, ਬਿਰਲਾ, ਤੀਜਾ, ਚੌਥਾ, 50। ਜਿੰਨਾ ਚਿਰ ਬਾਂਹ ਫੜ ਕੇ ਜਦੋਂ ਆਪਣੇ ਕੋਲ ਨਹੀਂ ਖਿੱਚਦੇ, ਜਿੰਨਾ ਚਿਰ ਉਹਨਾਂ ਚਿਰ ਐਂ ਹੀ ਹੋ। ਜਦੋਂ ਅੱਜ ਨਹੀਂ ਭਾਈ ਭੈਣ ਆਪਾਂ ਜਾਣਦੇ ਆ ਨਾ, ਇੱਕ ਭਾਈ ਭੈਣ ਦੀ ਮਦਦ ਵੇਲੇ, ਲੋੜ ਵੇਲੇ ਜਦੋਂ ਪੈਂਦੀ ਆ, ਅੱਜ ਲੋੜ ਆ ਤੇ ਤੁਸੀਂ ਘਰੇ ਬੈਠੇ ਕੀ ਕਰਦੇ ਹੋ? ਉਹ ਮਿੱਟੀ 'ਚ ਲੜਨ ਵਾਲੇ ਕਿਸਾਨ ਨੇ, ਉਹ ਮਿੱਟੀ 'ਚ ਘੋਲਣ ਵਾਲੇ ਭਲਵਾਨ ਨੇ, ਜਾਨ 'ਚ ਤਕੜੇ ਆ। ਪਰ ਜਿਹੜੇ ਇਹ ਉਰੇ ਬੜੇ ਸਿਰਾਂ ਵਾਲੇ ਆ ਨਾ, ਇਹ 50-50 ਲੱਖ ਮੈਟ ਤੇ 5-5 ਸਾਲ ਦੇ ਪ੍ਰੈਕਟਿਸਾਂ, ਇਹਨਾਂ ਨੂੰ ਪਤਾ ਵੀ ਦਾ ਕਿਹੜਾ ਮਾਰਨਾ ਹੈ। ਤੇ ਫਿੱਟੇ ਮੂੰਹ ਆ ਫਿਰ ਸਾਡੇ ਐਮਪੀ ਬਣਦਾ, ਲੀਡਰ ਬਣਦਾ, ਜੇ ਅਸੀਂ ਉਹਨਾਂ ਦਾ ਦਰਦ ਜਾਂ ਆਪਣੇ ਆਪ ਨੂੰ ਭੱਠੀ 'ਚ ਨਾ ਝੋਕੀਏ ਬਰਾਬਰ, ਤੇ ਕੱਲ ਨੂੰ ਅਸੀਂ ਉਹਨਾਂ ਦੇ ਮੂਹਰੇ ਮੂੰਹ ਦਿਖਾਉਣ ਜੋਗੇ ਕੀ ਆ। 971 ਕਰੋੜ ਰੁਪਏ ਦੇ ਵਿੱਚ ਨਵਾਂ ਪਾਰਲੀਮੈਂਟ ਬਣ ਬਿੱਲ ਪਾਸ ਕਰਨੇ, ਉੱਥੇ ਲੋਕਾਂ ਨੂੰ ਮਾਰਨ ਦੇ ਦੇਤੀਆਂ। ਟੋਟਲ 32 ਲੱਖ ਕਰੋੜ ਆ ਕਰੋਨਾ ਦੇ ਦੌਰਾਨ ਉਹਨਾਂ ਨੂੰ ਦੇਤਾ ਤੋਹਫਾ। ਇੱਕ ਪਾਸੇ ਜਿਹੜਾ 130 ਕਰੋੜ ਲੋਕਾਂ ਦਾ ਢਿੱਡ ਭਰਦਾ, ਉਹਨੂੰ ਆ ਕਾਲੇ ਬਿੱਲ ਬਣਾ ਕੇ ਉਹ ਤੋਂ ਭਾਈ ਜ਼ਮੀਨ ਵੀ ਖੋਲੀ। ਜੀ ਕੀ ਹਾਲਾਤ ਨੇ? ਰਾਤ ਨੂੰ ਤੁਸੀਂ ਅੱਧੀ ਰਾਤ ਹੋਣ ਨੂੰ ਆ ਗਈ ਹੈ ਔਰ ਲਗਾਤਾਰ ਤੁਸੀਂ ਧਰਨੇ ਪ੍ਰਦਰਸ਼ਨ ਦੇ ਵਿੱਚ ਜੁੜੇ ਹੋਏ ਹੋ। ਇੱਕ ਕਿਹਾ ਜਾਂਦਾ ਕਿ ਬਿੱਟੂ ਜੀ ਅਜਿਹਾ ਕੰਮ ਨਹੀਂ ਕਰ ਸਕਦੇ, ਸੜਕਾਂ ਦੇ ਉੱਤੇ ਨਹੀਂ ਘੁੰਮ ਸਕਦੇ, ਧਰਨਾ ਪ੍ਰਦਰਸ਼ਨ 'ਚ ਨਹੀਂ ਸ਼ਾਮਲ ਹੁੰਦੇ, ਔਰ ਇਸੇ ਕਰਕੇ ਅਸੀਂ ਸਪੈਸ਼ਲ ਦੇਖਣ ਆਏ ਹਾਂ, ਆਪਣੇ ਦਰਸ਼ਕਾਂ ਨੂੰ ਦੱਸਣ ਆਏ ਹਾਂ ਕਿ ਜੇ ਉਰੇ ਧਰਨਾ ਪ੍ਰਦਰਸ਼ਨ ਦੇ ਵਿੱਚ ਲਗਾਤਾਰ ਕਾਂਗਰਸ ਦੇ ਐਮਐਲਏ, ਕਾਂਗਰਸ ਦੇ ਵਿਦ ਆਪਣੇ ਮੈਂਬਰ ਪਾਰਲੀਮੈਂਟ ਹਾਜ਼ਰ ਨੇ ਔਰ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਅੱਧੀ ਰਾਤ ਨੂੰ ਡਟੇ ਹੋਏ ਨੇ। ਮੈਂ ਤਾਂ ਇਸ ਗੱਲ 'ਚ ਪੱਕਾ, ਮੇਰੀ ਤਾਂ ਦਰੀ ਵਿੱਚ ਹੁੰਦੀ ਆ। ਤੁਹਾਨੂੰ ਪਤਾ ਵੀ ਚੀਫ ਮਿਨਿਸਟਰ ਦੇ ਦਰਵਾਜ਼ੇ ਤੇ ਕਿਸੇ ਨੇ ਅੱਜ ਤੱਕ ਧਰਨਾ ਨਹੀਂ ਲਾਇਆ। ਮੈਂ ਕੋਈ ਵਡਿਆਈ ਨਹੀਂ ਕਰਦਾ ਵੀ ਜੇ ਕੋਈ ਭੁਲੇਖੇ 'ਚ ਹੋਵੇ। ਚੀਫ ਮਿਨਿਸਟਰ ਅਸੀਂ ਚਿੱਟਾ ਰਾਵਣ ਚਿੱਟੇ ਦਾ ਬਣਾ ਰਹੇ ਸੀ, ਬਾਦਲ ਸਾਹਿਬ ਦੀ ਸਰਕਾਰ ਸੀ 17 'ਚ, ਤੇ ਭਾਈ ਚਿੱਟਾ ਰਾਵਣ ਬਣਾਉਂਦੇ ਸਾਡੇ ਇਹਨਾਂ ਦੇ ਸਰਕਾਰ ਸੀ। ਇੱਕ ਐਸਪੀ 200-300 ਬੰਦਾ ਕਾਉਂਸਲਰਾਂ ਨਾਲ ਰਾਤ ਨੂੰ 11 ਕੁ ਵਜੇ ਸਾਨੂੰ ਕੁੱਟਣ ਪੈ ਗਿਆ। ਚਲੋ ਸਰਕਾਰ ਸੀ, ਬੰਦੇ ਸੀ, ਗੁੰਡੇ ਸੀ, ਪੁਲਿਸ ਨਾਲ ਸੀ। ਅਸੀਂ ਉੱਥੋਂ ਕਮਿਸ਼ਨਰ ਦੇ ਗਏ, ਕਮਿਸ਼ਨਰ ਨੇ ਸਾਡੇ ਤੇ ਉਲਟਾ ਪਰਚਾ ਦਰਜ ਕਰਤਾ। ਅਸੀਂ ਚੁੱਪ ਕਰਕੇ, ਮੈਂ ਕਿਹਾ ਠੀਕ ਆ। ਸਵੇਰੇ ਗੱਡੀਆਂ ਤੋਰੀਆਂ, ਬਾਦਲ ਸਾਹਿਬ ਦੇ ਗੇਟ ਦੇ ਮੂਹਰੇ ਜਾ ਕੇ, ਜਿੱਥੇ ਮਤਲਬ ਤੁਹਾਨੂੰ ਪਤਾ ਪੱਕ ਸੀਐਮ ਦੇ ਤਾਂ ਪੱਤਾ ਵੀ ਨਹੀਂ ਹਿੱਲਦਾ, ਜਾ ਕੇ ਉੱਥੇ ਬਹਿ ਗਏ ਇਕੱਲਾ ਹੀ। ਉਦੋਂ ਬਾਅਦ ਐਮਐਲਏ ਆ ਗਏ, ਹੋਰ ਸ਼ੁਰੂ ਹੋ ਗਿਆ ਕੰਮ। ਸੀਐਲਪੀ ਲੀਡਰ ਚੰਨੀ ਜੀ ਆ ਗਏ। 3 ਦਿਨ ਲਗਾਤਾਰ ਸੀਐਮ ਹਾਊਸ ਦੇ ਮੂਹਰੇ, 2 ਵਾਰ ਦਿਨ 'ਚ ਚੀਫ ਮਿਨਿਸਟਰ ਸਾਹਿਬ ਬਾਦਲ ਸਾਹਿਬ, ਦੇਖੋ ਇਸ ਗੱਲ 'ਚ ਉਹਨਾਂ ਦੀ ਵਡਿਆਈ ਆ, ਮਹਾਰਤ ਆ, ਹੱਥ ਜੋੜ ਕੇ ਪੁੱਛਦੇ ਸੀ ਵੀ ਆ ਜਾਓ ਕਾਕਾ ਜੀ, ਚਾਹ ਪੀ ਲਓ, ਦੱਸੋ ਕੀ ਆ। ਜਿੰਨਾ ਚਿਰ ਆਪਣੀ ਜਿਹੜੀ ਮੰਗ ਨਹੀਂ ਪੂਰੀ ਕਰਾਈ, ਉਹਨਾਂ ਚਿਰ ਉੱਥੋਂ ਉੱਠੇ ਨਹੀਂ। ਮੰਗ ਇਹ ਨਹੀਂ ਕੋਈ ਮੇਰੀ ਕਰਦੀ ਸੀ ਵੀ ਉਹ ਜਿਹੜਾ ਐਸਪੀ ਗੁੰਡਾਗਰਦੀ ਕਰਕੇ, ਜਿੰਨਾ ਜੇ ਉਹੀ ਲੁਧਿਆਣੇ ਰਹਿ ਗਿਆ ਤੇ ਸਾਡੇ ਲੋਕਤੰਤਰ ਦੇ ਫਾਇਦਾ ਕੀ ਆ? ਇੱਕ ਐਮਪੀ ਤੇ ਕਾਉਂਸਲਰਾਂ ਦੇ ਉੱਤੇ, ਐਮਐਲਏ ਉੱਤੇ, ਆਸ਼ੂ ਸੀ, ਸੰਜੇ ਤਲਵਾਰ, ਡਾਵਰ ਸਾਹਿਬ, ਸਭ ਤੇ ਉਹ ਹਮਲਾ। ਚਲੋ ਉਦੋਂ ਪਹਿਲਾਂ ਐਂ ਐਜੀਟੇਸ਼ਨ, ਸਾਰੇ 1500 ਕਿਲੋਮੀਟਰ ਪੰਜਾਬ 'ਚ ਹੋਕਾ ਦਿੱਤਾ, ਯਾਤਰਾ ਕੱਢੀ 45 ਦਿਨ ਲਗਾਤਾਰ। ਰਿਕਾਰਡ ਅੱਜ ਤੱਕ ਕਿਸੇ ਨੇ ਕੱਢੀ ਨਹੀਂ 1500 ਕਿਲੋਮੀਟਰ ਬਗੈਰ ਗੱਡੀ ਸਕੂਟਰ 'ਚ ਕਿਤੇ ਪੈਰ ਰੱਖ ਕੇ। ਫਿਰ ਮੈਂ ਤੁਹਾਨੂੰ ਦੱਸਾਂ, ਇੱਕ ਵਾਰ ਐਂ ਡਰੱਗ ਪ੍ਰੀਵੈਂਸ਼ਨ ਬੋਰਡ, ਆਪਣੇ ਨਸ਼ਾ ਬੜਾ ਸੀ, ਉੱਥੇ ਬਹਿ ਗਏ ਮਰਨ ਵਰਤੇ ਲੁਧਿਆਣੇ। ਡਰੱਗ ਪ੍ਰੀਵੈਂਸ਼ਨ ਬੋਰਡ ਬਣਾਉਣਾ, ਆਜੀਰਾ ਨਾਲ ਸੀ ਮੇਰੇ ਉਸ ਵੇਲੇ, ਇੱਕ ਵਰਕਰ ਸੀ, ਤੇ ਮੈਂ ਯੂਥ ਦਾ ਪ੍ਰਧਾਨ ਸੀ। ਚੌਥੇ ਦਿਨ ਬਾਦਲ ਸਾਹਿਬ ਨੇ ਸ਼ਰਤ ਮੰਨ ਲਈ, ਤੇ ਡਿਪਟੀ ਸਪੀਕਰ ਗਸਾਈ ਸਾਹਿਬ, ਡੈਥ ਹੋ ਗਈ ਹੁਣੀ ਉਹਨਾਂ ਦੀ, ਤੇ ਆ ਕਲੇਰ ਸਾਹਿਬ ਉਸ ਵੇਲੇ ਏਡੀਸੀ ਸੀ, ਹੁਣ ਤਾਂ ਐਮਐਲਏ, ਐਕਸ ਐਮਐਲਏ ਰਹੇ ਆ ਜਗਰਾਓਂ ਤੋਂ, ਤੇ ਉਹ ਆ ਕੇ ਦੇ ਕੇ ਗਏ ਚਿੱਠੀ। ਫਿਰ ਆ ਬਰਗਾੜੀ ਕਾਂਡ ਵੇਲੇ, ਆ ਜਿਵੇਂ ਹੁਣ ਐਜੀਟੇਸ਼ਨ ਆ ਨਾ, ਐਡਾ ਹੀ ਬੜਾ ਐਜੀਟੇਸ਼ਨ ਚੱਕ ਲਿਆ ਸੀ ਉਸ ਵੇਲੇ ਨਰਮਾ ਬੈਲਟ 'ਚ ਆਪਣੇ ਕਿਸਾਨਾਂ ਦਾ। ਇਹ ਵੀ 2017 ਦੀ ਉਹ ਗੱਲ ਆ, ਜਦੋਂ ਆਖਰੀ ਸਾਲ ਹੀ ਹੋਇਆ ਬਰਗਾੜੀ ਮੈਨੂੰ ਲੱਗਦਾ ਇਹਨਾਂ ਦੇ। ਤੇ ਉਸ ਵੇਲੇ 7 ਦਿਨ ਮੈਂ ਬਠਿੰਡੇ ਜੇਲ੍ਹ 'ਚ ਰਿਹਾ। ਉਹ ਸਾਡਾ ਐਜੀਟੇਸ਼ਨ ਰੁਲ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਹੋ ਗਈ। ਇਦੋਂ ਬੜਾ ਗੱਲ ਕੀ ਹੋਣੀ ਸੀ। ਤੇ ਉਦੋਂ ਬਾਅਦ ਹੁਣ ਮੈਂ ਤਾਂ ਉਦਣ ਦਾ ਰੋਜ਼ ਇਹਨਾਂ ਨੂੰ ਕਹਿੰਦਾ ਸੀ, ਪੰਜਾਬ 'ਚ ਅਸੀਂ ਐਸੀ ਗੱਲ ਕੋਈ ਕਰ ਨਹੀਂ ਸਕਦੇ ਸੀ, ਕਿਉਂਕਿ ਸਾਡੀ ਸਰਕਾਰ ਸੀ, ਉਹ ਆਪ ਹੀ ਲੱਗੀ ਹੋਈ ਸੀ। ਜਿੱਦਣ ਇਹ ਇੱਥੇ ਆਏ, ਉਹਨਾਂ ਨੇ ਕਿਹਾ ਵੀ ਸਿਆਸੀਕਰਨ ਨਹੀਂ ਕਰਨਾ, ਨਹੀਂ ਤਾਂ ਅਸੀਂ ਨਾਲ ਹੀ ਬਹਿੰਦੇ, ਉੱਥੇ ਮੂਹਰੇ ਬੈਠੇ ਹੁੰਦੇ ਸਭ ਤੋਂ, ਜਾਂ ਪਿੱਛੇ ਬੈਠੇ ਹੁੰਦੇ, ਜਿਵੇਂ ਕਿਹਾ ਸੀ ਉਹਨਾਂ ਨੇ। ਪਰ ਸਾਡੇ ਬੰਦੇ ਝੰਡੇ ਛੱਡ ਕੇ ਵੀ ਗਏ ਲੋਕਾਂ 'ਚ ਬਹਿਣ, ਆਮ ਲੋਕਾਂ 'ਚ, ਪਰ ਉਹਨਾਂ ਨੇ ਨਹੀਂ
ਇਸ ਗੱਲ ਨੂੰ ਮਾਨਤਾ ਦਿੱਤੀ, ਨਹੀਂ ਮੰਨਿਆ, ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਵਿਊ ਹੁੰਦਾ। ਚਲੋ ਇਸ ਵੇਲੇ ਕਿਉਂਕਿ ਇਹ ਬਾਹਲੀਆਂ ਗੱਲਾਂ ਤਾਂ ਨਹੀਂ ਕਰਨੀਆਂ ਕਿਉਂਕਿ ਐਜੀਟੇਸ਼ਨ ਸਿਖਰ ਤੇ ਆ, ਤੇ ਅਸੀਂ ਆ ਕੇ ਆਪਣਾ ਆ ਮੋਦੀ ਦਾ ਘਰ ਆ ਪਾਰਲੀਮੈਂਟ, ਇਹਦੇ ਹਿੱਕ ਤੇ ਜਿੱਥੇ ਕਿਸਾਨ ਆਉਣਾ ਚਾਹੁੰਦੇ ਸੀ ਨਹੀਂ ਆਉਣ ਦਿੱਤੇ। ਫਰਕ ਦੇਖਿਓ, ਚਲੋ ਰਾਤ ਨੂੰ ਹੁਣ ਤੁਸੀਂ ਆਏ ਹੋ 2 ਮਿੰਟ ਵੱਧ ਵੀ ਲਾ ਲਈਏ ਕੋਈ ਨਹੀਂ, ਕਿਉਂਕਿ ਪਹਿਲਾਂ ਸਾਰਾ ਦਿਨ ਤੁਸੀਂ ਕਵਰ ਕਰਦੇ ਹੋ ਤਿੰਨੋਂ ਸੜਕਾਂ ਤੇ ਐਜੀਟੇਸ਼ਨ, ਦਿਨੇ ਰਾਤ ਨੂੰ ਫਿਰ ਇੱਧਰ ਨੂੰ ਸਾਡੇ ਵੱਲ ਆ ਜਾਂਦੇ ਹੋ। ਤੁਹਾਨੂੰ ਘੇਰਦੇ ਆ ਰਾਤ ਨੂੰ? ਹਾਂ, ਚੈੱਕ ਕਰਦੇ ਹੋ ਜਿਵੇਂ ਤੁਸੀਂ ਕਿਹਾ। ਨਹੀਂ, ਇਹ ਜ਼ਰੂਰੀ ਵੀ ਆ ਕਿਉਂਕਿ ਲੋਕਾਂ ਦਾ ਦੇਖੋ ਵਿਸ਼ਵਾਸ, ਤੁਸੀਂ ਸਹੀ ਗੱਲ ਕਹੀ ਆ ਵੀ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਉਹ ਟੁੱਟਿਆ ਹੋਇਆ ਪੋਲੀਟੀਕਲ ਲੋਕਾਂ ਤੇ, ਵੀ ਇਹ ਗੱਲ ਕੁਝ ਕਹਿੰਦੇ ਹੋਰ ਆ ਕਰਦੇ ਕੁਝ ਹੋਰ ਆ। ਆਮ ਤੌਰ ਤੇ ਭਾਜੀ ਇਹੀ ਕਿਹਾ ਜਾਂਦਾ ਕਿ ਲੋਕ ਸਭਾ ਮੈਂਬਰ ਜਾਂ ਆਪਾਂ ਕਹਿ ਲਓ ਵਿਧਾਇਕ ਕਿ ਦਿਨ ਦੇ ਵਿੱਚ ਤਾਂ ਉਹ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਨੇ, ਪਰ ਰਾਤ ਨੂੰ ਜਾ ਕੇ ਹੋਟਲਾਂ ਦੇ ਵਿੱਚ ਜਾਂ ਆਪਣੀਆਂ ਕੋਠੀਆਂ 'ਚ ਆਰਾਮ ਕਰਦੇ ਨੇ। ਅਸੀਂ ਦੇਖ ਰਹੇ ਹਾਂ ਕਿ ਖੁੱਲੀ ਛੱਤ ਦੇ ਵਿੱਚ, ਖੁੱਲੇ ਅਸਮਾਨ ਦੇ ਵਿੱਚ ਤੁਸੀਂ ਲਗਾਤਾਰ ਡਟੇ ਹੋਏ ਹੋ। ਗੱਲ ਪਤਾ ਕੀ ਹੋਈ, ਗੱਲ ਇਹ ਸਾਰਿਆਂ ਦੀ ਜ਼ਮੀਨ ਤੇ ਆ ਗਈ, ਫਸਲ ਤੇ ਆ ਗਈ, ਪੀੜ੍ਹੀ ਦਰ ਪੀੜ੍ਹੀ ਜਿਹੜਾ ਆਪਣਾ ਕੰਮ ਆ ਕਿੱਤਾ ਹੈ ਖੇਤੀ, ਉਹਦੀ ਖੋਹਣ ਤੇ ਆ ਗਈ ਗੱਲ। ਫਿਰ ਜਦੋਂ ਜੱਟ ਤਾਂ ਚਲੋ ਆਪਾਂ ਕਹਿ ਦਈਦਾ, ਜਾਟ ਕਹਿ ਦਈਦਾ, ਉਹ ਤਾਂ 1% ਆ। ਜੇ ਆਪਾਂ ਖੇਤ ਨਾਲ ਕਾਮਾ ਜੋੜ ਲਈਏ ਫਿਰ ਉਹ ਸਾਰੇ ਦੇਸ਼ ਦਾ ਵੀ ਕਿਸਾਨ ਜੋੜ ਲਈਏ, ਕਿਸਾਨ ਕਾਮਾ ਕਿਰਤੀ, ਫਿਰ ਉਹ ਹੋ ਜਾਂਦਾ 60%। ਫਿਰ ਜੇ ਨਾਲ ਆਪਾਂ ਮਜ਼ਦੂਰ ਵੀ ਜੋੜ ਲਈਏ ਉਹ ਦੇਸ਼ ਦਾ 85% ਬਣ ਜਾਂਦਾ। ਤੇ ਹੁਣ ਜਦੋਂ 85% ਤਾਂ ਆਪਣਾ ਸੜਕਾਂ ਤੇ ਆ, ਤੇ ਫਿੱਟੇ ਮੂੰਹ ਆ ਫਿਰ ਸਾਡੇ MP ਬਣਦਾ, ਲੀਡਰ ਬਣਦਾ, ਜੇ ਅਸੀਂ ਉਹਨਾਂ ਦਾ ਦਰਦ ਜਾਂ ਆਪਣੇ ਆਪ ਨੂੰ ਭੱਠੀ 'ਚ ਨਾ ਝੋਕੀਏ ਬਰਾਬਰ, ਤੇ ਕੱਲ ਨੂੰ ਅਸੀਂ ਉਹਨਾਂ ਦੇ ਮੂਹਰੇ ਮੂੰਹ ਦਿਖਾਉਣ ਜੋਗੇ ਕੀ ਆ? ਉਹ ਤਾਂ ਸੜਕਾਂ ਤੇ ਹੋਣ ਤੇ ਅਸੀਂ ਮੱਖਮਲੀ ਗੱਦਿਆਂ ਤੇ ਪਈਏ। ਅਸੀਂ ਕੀ ਸ਼ੱਕ ਨਾ ਉਹਨਾਂ ਨੂੰ ਆਪਣੀ ਲੀਡਰਸ਼ਿਪ ਨਾਲ ਉਹਨਾਂ ਨੂੰ ਕੋਈ ਕਮਾਂਡ ਦੇ ਦਾਂਗੇ? ਅੱਖਾਂ ਝੁਕਣਗੀਆਂ ਕਿ ਨਹੀਂ ਸਾਡੀਆਂ? ਤੇ ਬਰਾਬਰ ਜੇ ਭੱਠੀ 'ਚ ਨਹੀਂ ਝੁਕਾਵਾਂ ਭਾਈ, ਇਹ ਨਹੀਂ ਤੁਹਾਡੇ ਆਰਡਰ ਮੁਤਾਬਕ, ਜੇ ਤੁਸੀਂ ਹੋ ਤਾਂ ਅਸੀਂ ਆ, ਤੁਸੀਂ ਜਿੱਦਣ ਜਾਓਗੇ ਅਸੀਂ ਚਲੇ ਜਾਵਾਂਗੇ। ਅਸੀਂ ਕੋਈ ਜ਼ਿਆਦਾ ਦੁੱਧ ਧੋਤੇ ਆ ਵੀ ਜੇ ਉਹ ਟਰਾਲੀਆਂ ਥੱਲੇ ਬਹਿ ਸਕਦੇ ਆ, ਅਸੀਂ ਤਾਂ ਉਦੋਂ ਵੱਧ, ਜੇ ਉਹ ਕਮਰੇ 'ਚ ਨੇ, ਤਰਪਾਲ ਥੱਲੇ ਨੇ, ਤਾਂ ਅਸੀਂ ਓਪਨ ਇੱਥੇ ਬਗੈਰ ਕਿਸੇ ਤੋਂ ਬਹਿ ਕੇ ਆਪਣੇ ਆਪ ਨੂੰ ਹੋਰ ਤਕਲੀਫ ਦਈਏ, ਹੋਰ ਦੁੱਖ ਦਈਏ। ਪਰ ਬਦਕਿਸਮਤੀ ਆ ਨਾਲ ਆ ਤੁਹਾਨੂੰ ਦੱਸਿਆ ਵੀ ਅੱਧ ਉਦਘਾਟਨ ਕਰਕੇ ਗਏ ਆ ਮੋਦੀ ਸਾਹਿਬ 971 ਕਰੋੜ ਰੁਪਏ ਦੇ ਵਿੱਚ ਨਵਾਂ ਪਾਰਲੀਮੈਂਟ ਬਣ ਬਿੱਲ ਪਾਸ ਕਰਨੇ, ਉੱਥੇ ਲੋਕਾਂ ਨੂੰ ਮਾਰਨ ਦੇ। ਮੈਂ ਤਾਂ ਹੈਰਾਨ ਹੋ ਗਿਆ ਵੀ ਕਿੱਧਰ ਨੂੰ ਰਾਜ। ਦੇਖੋ ਇੱਕ ਗੱਲ ਹੋਰ ਆ, ਅੱਗੇ ਤਾਨਾਸ਼ਾਹ ਮਤਲਬ ਡਿਕਟੇਟਰਸ਼ਿਪ ਹੁੰਦੀ ਸੀ, ਉਹ ਰਾਜਿਆਂ ਨੂੰ ਤਾਂ ਕਿਰਪਾਨਾਂ ਨਾਲ, ਤੀਰਾਂ ਨਾਲ, ਬਰਸ਼ਿਆਂ ਨਾਲ ਉਹਨੂੰ ਮਾੜੇ ਨੂੰ ਮਾਰਿਆ ਜਾ ਸਕਦਾ ਸੀ, ਉਹਦੀ ਰਾਜਗੱਦੀ ਹਾਸਲ ਕੀਤੀ ਜਾ ਸਕਦੀ ਸੀ। ਪਰ ਹੁਣ ਇਹ ਤਾਂ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਡੈਮੋਕ੍ਰੇਸੀ ਦਾ ਮੰਦਰ ਆ, ਪਾਰਲੀਮੈਂਟ ਲੋਕਾਂ ਦੇ ਗਰਭ ਚੋਂ ਨਿਕਲਦਾ, ਲੋਕ ਬਣਾਉਂਦੇ ਆ, ਫਿਰ ਕਾਹਦੀ ਆਕੜ? ਇਹ ਤਾਂ ਛੋਟੀ ਜੀ ਪਰਚੀ ਆ ਦੇਖ ਲਿਓ। ਹੁਣ 2022-24 ਚ ਇਲੈਕਸ਼ਨ ਆਊ, 7 ਵਜੇ ਅਗਲੇ ਨੇ ਜਾ ਕੇ ਪਹਾੜਾ ਪੜ੍ਹੇ ਆਉਣਾ। ਇਹ ਤਾਂ ਉਦੋਂ ਹੀ ਜਿਹੜਾ ਟੈਗੋਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਉਦੋਂ ਹੀ ਬਣਾ ਦੇਣਾ ਇਹਨਾਂ ਨੇ ਟੈਗੋਰ। ਤੇ ਪਰ ਦੁੱਖ ਲੱਗਦਾ ਬਹੁਤ ਹੀ ਰਵੱਈਆ ਜਿਹੜਾ ਏ। ਮੈਨੂੰ ਇੱਕ ਗੱਲ ਦੱਸੋ, ਕਾਹਦੀ ਸ਼ਰਮ ਲੋਕਾਂ ਮੂਹਰੇ ਮਾਫੀ ਮੰਗਣੀ, ਲੋਕਾਂ ਮੂਹਰੇ? ਆਪਾਂ ਆਪਣੇ ਖਾਤਰ ਤਾਂ ਬਿੱਲੇ ਬਣਾ ਨਹੀਂ ਰਹੇ, ਬਣਾ ਤਾਂ ਕਿਸਾਨਾਂ ਲਈ ਰਹੇ ਆ। ਕਿਸਾਨ ਉਹਦੇ ਲਈ ਖੁਸ਼ ਨਹੀਂ, ਉਹਦੇ ਲਈ ਖੁਸ਼। ਉਹਨੂੰ ਕੋਈ ਚੱਟ ਯਾਰ, ਜਿਹੜਾ ਤੂੰ ਚਾਹੁੰਦਾ ਆ ਲੈ। ਗੱਲ ਕਿਹੜੀ ਹੈ ਜੋ ਤੇਰੇ ਲਈ ਕਰ ਰਹੇ ਆ ਅਸੀਂ? ਇੱਕ ਪਾਸੇ ਤਾਂ ਆਪਾਂ ਆ ਕੋਵਿਡ ਦੇ ਟਾਈਮ 'ਚ ਜਿਹੜਾ ਇੰਡਸਟਰੀ ਆ ਉਹਨੂੰ 11 ਲੱਖ ਕਰੋੜ, ਕਿੰਨਾ 11 ਲੱਖ ਕਰੋੜ ਜਿਹੜੀ ਫਾਈਨਾਂਸ ਮਿਨਿਸਟਰ ਉਹਨੇ ਅਨਾਉਂਸ ਕੀਤਾ, ਹੁਣ ਰਿਕਾਰਡ ਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, 11 ਲੱਖ ਕਰੋੜ ਜਿਹੜਾ ਪਿਛਲਾ ਕਰਜ਼ਾ ਸੀ ਉਹਨੂੰ ਮਾਫ ਕੀਤਾ। 21 ਲੱਖ ਕਰੋੜ ਨਵੀਆਂ ਲਿਮਟਾਂ ਉਹਨਾਂ ਨੂੰ ਦੇਤੀਆਂ। ਟੋਟਲ 32 ਲੱਖ ਕਰੋੜ ਆ ਕਰੋਨਾ ਦੇ ਦੌਰਾਨ ਉਹਨਾਂ ਨੂੰ ਦੇਤਾ ਤੋਹਫਾ। ਇੱਕ ਪਾਸੇ ਜਿਹੜਾ 130 ਕਰੋੜ ਲੋਕਾਂ ਦਾ ਢਿੱਡ ਭਰਦਾ, ਉਹਨੂੰ ਆ ਕਾਲੇ ਬਿੱਲ ਬਣਾ ਕੇ ਉਹ ਤੋਂ ਭਾਈ ਜ਼ਮੀਨ ਵੀ ਖੋਲੀ, ਫਸਲ ਵੀ ਖੋਲੀ। ਤੇ ਜਿਹੜਾ ਹੋਰਡਿੰਗ ਕਰਦਾ ਜਿਹੜਾ ਕਾਨੂੰਨ ਸੀ ਵੀ ਤੁਸੀਂ ਜਿਹੜਾ ਆਪਣਾ ਆਲੂ, ਪਿਆਜ਼, ਟਮਾਟਰ ਇਹ ਹੋਲਡ ਨਹੀਂ ਕਰ ਸਕਦੇ, ਜਮਾਬੰਦੀ ਨਹੀਂ ਕਰ ਸਕਦੇ ਕਿਉਂਕਿ ਇਹ ਅਸੈਂਸ਼ੀਅਲ ਆਈਟਮ 'ਚ ਆ ਜਾਂਦੇ ਆ। ਉਹ ਖੋਲ੍ਹਤਾ ਵੀ ਚਾਹੇ ਭਾਈ 12 ਕਿਲੋਮੀਟਰ ਲੰਬੀ ਸਾਈਲੋ ਬਣਾ ਕੇ ਉਹ 'ਚ ਜਿੰਨਾ ਮਰਜ਼ੀ ਅਨਾਜ ਭਰ ਲਾ, ਜਿੰਨਾ ਚਿਰ, ਜੇ ਅੱਜ 5 ਰੁਪਏ ਦੀ
5 ਰੁਪਏ ਕਿਲੋ ਆਲੂ ਆ, 10 ਰੁਪਏ ਕਿਲੋ ਪਿਆਜ਼ ਆ, ਜਿੱਦਾਂ ਚਿਰ 100 ਗੁਣਾ ਉਹ ਮਹਿੰਗਾ ਨਹੀਂ ਹੋਊ, 5 ਰੁਪਏ ਵਾਲਾ 500 ਤੇ ਨਹੀਂ ਹੋਊ, 10 ਰੁਪਏ ਵਾਲਾ 1000 ਰੁਪਏ ਤੇ ਨਹੀਂ ਹੋਊ, ਉਹਨਾਂ ਚਿਰ ਸਰਕਾਰ ਦਖਲ ਨਹੀਂ ਦੇਗੀ। ਇੰਨੀ ਮੌਜ। ਤੇ ਆਪਣਾ 12,000 ਬਿਲੀਅਨ 12,000 ਖਰਬ ਦਾ ਬਾਜ਼ਾਰ ਆ, ਰਿਟੇਲ ਦਾ, ਪਰਚੂਨ ਦਾ, ਖੁਦਰਾ ਬਾਜ਼ਾਰ ਜਿਹਨੂੰ ਕਹਿੰਦੇ ਆ। ਉਹ ਤੁਸੀਂ ਸਮਝ ਗਏ ਨਾ, ਜਿਹੜੀ ਰਸੋਈ, ਕੋਈ ਦਾਲ, ਕੋਈ ਚੀਨੀ, ਹਾਂ ਕੋਈ ਵੀ ਜਿਹਦੇ ਨਾਲ ਆਪਣੀ ਰਸੋਈ ਚੱਲਦੀ ਆ, ਸਭ ਤੋਂ ਵੱਡਾ ਦੁਨੀਆ ਦਾ ਬਾਜ਼ਾਰ ਆ, ਕਿਉਂਕਿ ਆਬਾਦੀ ਇੰਨੀ ਆ। ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਜਿਵੇਂ ਇਹ ਅੰਬਾਨੀ ਡਾਨੀ ਤੇ ਨਾਂ ਨੇ ਨਾ ਆਪਣੇ ਮੂੰਹ ਚੜੇ ਹੋਏ, ਉਹਦੇ ਵਿੱਚ ਸਭ ਤੋਂ ਵੱਡੇ ਗੂਗਲ ਉਹਨੇ ਨਿਵੇਸ਼ ਕੀਤਾ ਹੈ, WhatsApp ਬਹੁਤ ਵੱਡਾ ਕੋਆਪਰੇਟਿਵ ਅਦਾਰਾ ਉਹਨੇ ਨਿਵੇਸ਼ ਕੀਤਾ ਹੈ, ਫੇਸਬੁੱਕ ਨੇ ਵੀ ਕੀਤਾ, ਤੇ ਇਹਨਾਂ ਨੇ ਨਿਵੇਸ਼ ਕੀਤਾ। ਤੇ ਉਹਨਾਂ ਦਾ ਰਾਖਾ ਹੈ ਪਿਊਸ਼ ਗੋਇਲ। ਉਹ ਤਾਂ ਹੈਗਾ ਹੀ, ਉਹ ਤਾਂ ਦਾਦਾ ਏ, ਪਰ ਇਹਨਾਂ ਦਾ ਅਸਲੀ ਬਾਪ ਜਿਹੜਾ ਏ ਉਹ ਸਾਰਿਆਂ ਦਾ ਪਿਊਸ਼ ਗੋਇਲ, ਜਿਹੜਾ ਵਿੱਚ ਬਹਿੰਦਾ। ਜਿਵੇਂ 10 ਮੂੰਹ ਹੁੰਦੇ ਆ ਨਾ, ਆਪਾਂ ਰਾਵਣ ਦੇ ਦੇਖਿਆ, ਇਹ ਪਿਊਸ਼ ਗੋਇਲ ਦੇ 10 ਮੂੰਹ ਆ, ਅਮਾਨੀ, ਅਡਾਨੀ, ਟਾਟਾ, ਬਿਰਲਾ, ਤੀਜਾ, ਚੌਥਾ, 50, ਇਹ ਸਾਰਿਆਂ ਦਾ। ਕਿਸਾਨ ਵਿਚਾਰੇ ਭੋਲੇ ਨੇ, ਮੈਂ ਕਹਿ ਕੇ ਥੱਕ ਗਿਆ ਮੀਡੀਆ 'ਚ, ਓਏ ਉਹਦੇ ਨਾਲ ਗੱਲ ਨਾ ਕਰਨ ਜਾਓ, ਬੀਜੇਪੀ ਦਾ ਖਜ਼ਾਨਚੀ ਉਹਦਾ ਪਿਓ ਰਿਹਾ, ਇਸ ਵੇਲੇ ਉਹ ਖਜ਼ਾਨਚੀ ਆ ਬੀਜੇਪੀ ਦਾ। ਤੇ ਇਹਨਾਂ ਨੇ ਸਭ ਤੋਂ ਅਮੀਰ ਪਾਰਟੀ ਦੁਨੀਆ ਦੀ ਬਣਾਈ, ਜਿਹਦੇ ਕੋਲ ਸਭ ਤੋਂ ਵੱਧ ਚੰਦਾ, ਉਹ ਪਿਊਸ਼ ਗੋਇਲ ਨੇ ਬਣਾਈ, ਉਹ ਇਹਨਾਂ ਤੋਂ ਪੈਸੇ ਲੈ ਕੇ। ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਮੋਦੀ ਅਮਿਤ ਸ਼ਾਹ ਉਹਨੂੰ ਭੇਜਦਾ ਏ, ਇਹ ਉਹਦੇ ਨਾਲ ਗੱਲ ਕਰਦੇ ਆ। ਮੇਰੀ ਲੜਾਈ ਇਸ ਗੱਲ ਦੀ ਆ ਵੀ ਕਿਉਂ ਤੁਸੀਂ ਪਿਊਸ਼ ਗੋਇਲ ਨੂੰ ਕਹੋ ਵੀ ਭਾਈ ਤੂੰ ਮੀਟਿੰਗ 'ਚੋਂ ਇਹਨੂੰ ਕੱਢੋ, ਤੇ ਨਾਲੇ ਮੀਟਿੰਗ ਕਰਨ ਕਿਸਾਨ ਕਿਉਂ ਆਉਣ ਉਰੇ? ਜੇ ਕਿਸਾਨ ਇਕੱਲੇ ਹੁਣ ਲੀਡਰ ਤਾਂ ਆ ਜਾਣ, ਜਦੋਂ ਉੱਥੇ ਤਾਂ ਲੱਖਾਂ ਦੀ ਗਿਣਤੀ 'ਚ ਕਿਸਾਨ ਟਰਾਲੀਆਂ ਪਿੱਛੇ 10-10, 20-20 ਕਿਲੋਮੀਟਰ ਜਾਮ ਲੱਗੇ ਪਏ ਨੇ ਤਿੰਨੋਂ ਪਾਸੇ, ਤੇ ਇਹਨਾਂ ਦੀ ਉਹ ਲੱਖਾਂ, ਇਹ ਦੋ, ਇਹ ਨਹੀਂ ਬਸ ਭਰ ਕੇ ਆਪਣੀ ਗੱਡੀ ਲੈ ਕੇ ਉੱਥੇ ਜਾਣ। ਲੇਕਿਨ ਬਿੱਟੂ ਜੀ ਇੱਕ ਗੱਲ ਹੈ ਨਾ, ਜਦੋਂ ਕੋਈ ਵਿਅਕਤੀ ਵੋਟਾਂ ਮੰਗਣ ਜਾਂਦਾ, ਜਦੋਂ ਵੋਟਾਂ ਸਿਰ ਤੇ ਹੁੰਦੀਆਂ ਨੇ ਤਾਂ ਇਹ ਲੀਡਰ ਬੁਲਾਉਂਦੇ ਨਹੀਂ, ਇਹ ਲੀਡਰ ਜਿਹੜੇ ਨੇ ਰਾਜਨੀਤਿਕ ਲੀਡਰ ਉੱਥੇ ਜਾਂਦੇ ਨੇ ਵੋਟਾਂ ਮੰਗਣ। ਮੈਂ ਇਹ ਸਹਿਮਤ ਹਾਂ, ਉਹ 'ਚ ਕੋਈ ਹੋਏ ਚਾਹੇ ਅਸੀਂ ਹੋਈਏ, ਪਰ ਇਸ ਵਾਰ ਤਾਂ ਐਨ ਦਿੱਲੀ ਜਾਮ ਕੀਤੀ ਪਈ ਆ, ਜਿਵੇਂ ਮਰਜ਼ੀ ਸੱਦ ਲਓ ਇਹਨਾਂ ਨੂੰ ਡੱਡੂ ਬਣਾ ਕੇ ਸੱਦ ਲਓ ਚਾਹੇ, ਇਹ ਤਾਂ ਵੀ ਆਉਣਗੇ। ਕਿਉਂ ਆਉਣੇ ਇਹਨਾਂ ਕੋਲ ਜਦੋਂ ਇੰਨੀ ਤਾਕਤ? ਤੁਹਾਡੀ ਦੇਖੋ ਜਿਹੜੇ ਚਾਈਨਾ ਦੇ ਬਾਰਡਰ ਵਾਂਗੂ ਇਹਨਾਂ ਨੇ ਮੂਹਰੇ ਤੋਪਾਂ ਲਾਤੀਆਂ, ਉਹ ਮੁੰਡਿਆਂ ਨੇ ਐਂ ਘਮਾਤੇ, ਪਤਾ ਨਹੀਂ ਕਿੱਡੇ ਕਿੱਡੇ ਆ ਜਿਹੜੇ ਨਵੇਂ ਪੁਲ ਬਣਦੇ ਸੀ, ਮੈਂ ਸਮਝਦਾ ਟਨਾਂ ਦੇ ਹਿਸਾਬ ਨਾਲ, ਉਹ ਬੜੇ ਬੜੇ ਜਿਹੜੇ ਚੱਕ ਕੇ ਤਿੰਨ ਦੇਖੀਆਂ ਮਸ਼ੀਨਾਂ ਚੱਕ ਰਹੀਆਂ ਸੀ, ਮਸ਼ੀਨਾਂ ਉਹਨਾਂ ਨੂੰ ਰੱਖਣ ਨੂੰ, ਉਹ ਏਡੇ ਭਾਰੇ ਜਿਹੜੇ ਉਹ ਪੱਥਰ, ਸਟੀਲ ਦੇ, ਲੋਹੇ ਦੇ, ਪਤਾ ਨਹੀਂ ਕਾਹਦੇ ਬਣੇ ਸੀ। ਅਗਲਿਆਂ ਨੇ ਲੱਤਾਂ ਮਾਰ ਰੋਡ ਤੇ, ਜਿਵੇਂ ਹਨੂਮਾਨ ਜੀ ਦੀ ਤਾਕਤ ਦਿਖਾਉਂਦੇ ਹੁੰਦੇ ਆ, ਜਿਵੇਂ ਹਨੂਮਾਨ ਜੀ ਆਪ ਪ੍ਰਗਟ ਹੋ ਗਏ ਹੁੰਦੇ ਆ, ਹਵਾ ਵਾਂਗੂ ਉਡਾਤੇ ਉਹ। ਤੇ ਹੁਣ ਵੀ ਜੇ ਆ ਕੇ ਫਿਰ ਇਹਨਾਂ ਦੇ ਮੂਹਰੇ ਚੀਂ ਮੀਮੀ ਕਰਨੀ ਆ, 5ਵੀਂ ਮੀਟਿੰਗ ਹੋ ਗਈ, 6ਵੀਂ ਜੀ ਹੋ ਗਈ ਜੀ, 7ਵੀਂ ਜੀ ਹੋ ਗਈ। ਤੁਸੀਂ ਵੀ ਜਾਣਦੇ ਹੋ ਕਿਸਾਨ ਜਥੇਬੰਦੀਆਂ ਨੇ, ਕੱਲ ਨੂੰ ਮਿਹਨਤ ਕਰਿਓ ਸਾਡੇ ਵੱਲੋਂ, ਸਾਡਾ ਨਾਂ ਤੋਂ ਤਾਂ ਬਹੁਤ ਉਹਨਾਂ ਨੂੰ, ਮਤਲਬ ਹੁਣ ਮੈਂ ਸ਼ਬਦ ਨਹੀਂ ਵਰਤਣਾ, ਪਰ ਉਹਨਾਂ ਨੂੰ ਇਹ ਜ਼ਰੂਰ ਕਹੋ ਵੀ ਜੇ ਅਗਲੀ ਮੀਟਿੰਗ ਕਰਨੀ ਹੈ ਕਹੇ ਭਾਈ ਉਹਨਾਂ ਨੂੰ ਕਹੇ ਕਰ ਲਿਓ ਆ ਕੇ, ਨਹੀਂ ਉੱਥੇ ਬੈਠੇ ਹੋ, ਸ਼ਬਦ ਕੀਰਤਨ ਚੱਲ ਰਿਹਾ ਵਧੀਆ, ਸੰਤ ਮਹਾਂਪੁਰਸ਼ ਆਏ ਨੇ, ਗੁਰਬਾਣੀ ਚੱਲ ਰਹੀ ਆ, ਸ਼ਬਦ ਸੁਣੋ, ਉਹ ਤਾਕਤ ਆਪਣੇ ਆਪ ਇਹਨਾਂ ਨੂੰ ਖਿੱਚ ਕੇ ਲਿਆਊਗੀ ਉੱਥੇ। ਲੰਗਰ 6 ਮਹੀਨੇ ਦਾ, ਸਾਲ ਦਾ ਤੁਹਾਡੇ ਕੋਲ ਆ, ਕੋਈ ਕਮੀ ਆ? ਮਾਰਚ ਤੋਂ ਪਹਿਲਾਂ ਆਪਾਂ ਨੂੰ ਲੋੜ ਨਹੀਂ ਖੇਤ ਜਾਣ ਦੀ। ਲੇਕਿਨ ਭਾਜੀ ਜੋ ਹਾਲਾਤ ਚੱਲ ਰਹੇ ਨੇ, ਮੀਟਿੰਗ ਪਰ ਮੀਟਿੰਗ ਲਗਾਤਾਰ ਰੱਦ ਹੁੰਦੀ ਜਾ ਰਹੀ ਹੈ, ਕੋਈ ਵੀ ਨਤੀਜਾ ਨਹੀਂ ਨਿਕਲ ਰਿਹਾ। ਅਮਿਤ ਸ਼ਾਹ ਤੱਕ ਗੱਲ ਪਹੁੰਚ ਗਈ, ਔਰ ਨਰਿੰਦਰ ਮੋਦੀ ਨੇ ਕੈਬਨਿਟ ਮੀਟਿੰਗ ਤੱਕ ਸੱਦ ਲਈ। ਲੱਗਦਾ ਵੀ ਜਿਹੜਾ ਨਰਿੰਦਰ ਮੋਦੀ ਹੈ ਜਿਸ ਨੇ ਨੋਟਬੰਦੀ ਕੀਤੀ, ਉਹ ਝੁਕ ਜੂਗਾ। ਗੱਲ ਸੁਣ ਲਓ, ਜਿੰਨਾ ਚਿਰ ਤਾਂ ਜਾਓਗੇ ਉਹਦੇ ਕੋਲ, ਇਹਨਾਂ ਦੇ ਕੋਲ, ਜਿੰਨਾ ਚਿਰ ਬਾਂਹ ਫੜ ਕੇ ਜਦੋਂ ਆਪਣੇ ਕੋਲ ਨਹੀਂ ਖਿੱਚਦੇ, ਜਿੰਨਾ ਚਿਰ, ਉਹਨਾਂ ਚਿਰ ਐਂ ਹੀ ਹੋਊ। ਤਰੀਕ ਹੀ ਦਊਗਾ ਜੇ ਇਹਦੇ ਕੋਲ ਆਓਗੇ। ਜੇ ਉੱਥੇ ਸੱਦੋਗੇ ਭਾਈ, ਨਿਕਲੇਗਾ ਹੀ ਤਾਂ ਇੱਥੋਂ, ਜੇ ਫੈਸਲਾ ਕਰਕੇ ਜਾਏਗਾ। ਇਹ ਫੈਸਲਾ ਕਰ ਲੈਣ, ਆ 14 ਦਾ ਹੋਰ ਕੱਢ ਲੈਣ, ਇੱਕ ਹੱਲਾ ਹੋਰ ਮਾਰ ਕੇ ਦੇਖ ਲੈਣ, ਟਰਾਲੀਆਂ ਆ ਜਿਹੜੇ ਇਹਨਾਂ ਦੇ ਪੰਪ ਬੰਦ ਕਰਕੇ, ਟੋਲ ਪਲਾਜ਼ੇ ਬੰਦ ਕਰਕੇ। ਇਹਦੇ ਨਾਲ ਤਾਂ ਇਹ ਪੰਪ ਵੀ ਯਾਰ ਦੇਖੋ, ਪੰਪ ਵੀ ਇਹ ਲੋਕਾਂ ਦੇ ਆ, ਇਹਦਾ ਕੀ ਜਾਂਦਾ? ਉਹ ਤਾਂ ਲੋਕਾਂ ਨੇ ਪੰਪ ਵਿਚਾਰਿਆਂ ਨੇ ਆਪਦੇ ਪੈਸੇ ਲਾ ਕੇ, ਆਪਦੀ ਜ਼ਮੀਨ ਲਾ ਕੇ ਲਏ ਹੋਏ ਆ। ਜਿਹੜੇ ਟੋਲ ਨੇ ਉਹ ਵੀ ਕਿਸੇ ਦੇ ਨੇ ਅਲੱਗ-ਅਲੱਗ, ਉਹ 'ਚ ਪੈਸਾ ਸਰਕਾਰ ਨੂੰ ਵੀ ਜਾਂਦਾ, ਉਹ ਤਾਂ ਚਲੋ ਬੰਦ ਕਰ ਲਏ ਆਪਾਂ, ਉਨੇ ਹੀ ਇਹਨਾਂ ਨੂੰ ਹੋਰ ਵੱਧ ਸਰਕਾਰ ਨੇ ਟਾਈਮ ਦੇ ਦੇਣਾ। ਤੁਸੀਂ ਸੋਚਦੇ ਹੋ ਆ ਟੋਲ ਜਿਹੜੇ 6 ਮਹੀਨੇ ਆਪਾਂ ਬੰਦ ਕਰ ਲਏ,
ਇਹੀ ਇਹਨਾਂ ਨੂੰ 6 ਮਹੀਨੇ ਨਹੀਂ ਸਾਲ ਹੋਰ ਦੇਣਗੇ ਪੈਸੇ ਨਚੋੜਨ ਦੇ ਲੋਕਾਂ ਦੇ। ਹਾਂ, ਨਾ ਯਾਦ ਰੱਖ ਲਿਓ, ਮੈਂ ਤੁਹਾਡੇ ਕਹਿਣਾ ਵੀ ਜਿੱਦਣ ਦੇ ਇਹਨਾਂ ਨੇ ਬੰਦ ਕੀਤੇ ਨੇ ਉਦੋਂ 6 ਮਹੀਨੇ ਫਾਲਤੂ ਨਾ ਦਿੱਤੇ ਵੀ ਲੁੱਟੋ ਲੋਕਾਂ ਨੂੰ ਤਾਂ ਮੈਨੂੰ ਫੜ ਲਿਓ। ਤੇ ਇਸ ਕਰਕੇ ਹੁਣ ਗੱਲ ਇਹ ਹੈ, ਇਹਨਾਂ ਕੋਲ ਆਉਣਾ ਬੰਦ ਕਰਨ, ਕੋਈ ਫਰਕ ਨਹੀਂ ਪੈਂਦਾ, ਉੱਥੇ ਬਹਿਣ ਮੰਜੇ ਡਾਉਣ ਤੇ ਆਰਾਮ ਨਾਲ ਆਪਣਾ ਧੁੱਪ ਸੇਕਣ ਵੀ ਭਾਈ ਜਿੱਦਣ ਤੁਹਾਡਾ ਜੀ ਕਰੂਗਾ ਆ ਜਿਓ, ਸੜਕਾਂ ਕਰ ਲੈਣ ਬੰਦ, ਆਰਾਮ ਨਾਲ ਉੱਥੇ ਆਪਣਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਣ ਤੇ ਸਭ ਉੱਥੇ ਆਉਣਗੇ। ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਦਿੰਦਾ। ਭਾਜੀ ਪੰਜਾਬੀਆਂ ਨੇ 19 ਵਾਰ ਦਿੱਲੀ ਫਤਿਹ ਕੀਤੀ ਹੈ, ਚਾਹੇ ਮੁਗਲਾਂ ਦੇ ਸਮੇਂ ਲਾ ਲਿਓ ਜਾਂ ਅੰਗਰੇਜ਼ਾਂ ਦੇ ਸਮੇਂ ਲਾ ਲਓ, ਔਰ ਹੁਣ 2020 ਦੇ ਵਿੱਚ 2020 ਦੇ ਵਿੱਚ 20ਵੀਂ ਵਾਰ ਦਿੱਲੀ ਫਤਿਹ ਹੋ ਜਾਏਗੀ। ਨਾ ਮੈਂ ਇਹ ਗਲਤ ਗੱਲਾਂ ਜਿਹੜਾ ਵੀ ਕਹਿੰਦਾ ਏ ਮੈਂ ਉਹਦੇ ਸਹਿਮਤ ਨਹੀਂਗਾ ਨਾਲ। ਉਹ ਦਿੱਲੀ ਸੀ, ਫਤਿਹ ਕਰਨੀ ਸੀ ਉਹ ਦੁਸ਼ਮਣ ਦੀ। ਤੇ ਇਹ ਵੀ ਨਰਿੰਦਰ ਮੋਦੀ ਜੀ ਨਹੀਂ ਮੰਨਦੇ ਦੁਸ਼ਮਣ ਨੇ ਜੀ, ਕਿਸਾਨਾਂ ਦੇ ਦੁਸ਼ਮਣ ਨੇ ਇਹ ਕਹਿ ਲਓ। ਨਹੀਂ, ਮੈਂ ਦੁਸ਼ਮਣ ਮੰਨ ਸਕਦਾ ਕਿਸਾਨਾਂ ਦੇ, ਪਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨੇ। ਆਪਾਂ ਇਸ ਪੰਜਾਬ 'ਚ ਇਸ ਦੇਸ਼ ਦੇ ਉਹ 'ਚ ਸਮਝਦਾ ਮੈਂ ਜਿਹੜਾ ਕਾਨੂੰਨ ਦਾਇਰਾ ਉਹਦੇ ਵਿੱਚ ਰਹਿ ਕੇ ਉਹ ਲੜਾਈ ਲੜਨੀ ਆ ਜਿਹੜੀ ਕਿ ਅਮਨ ਨਾਲ ਆਪਣੇ ਪਿਆਰ ਨਾਲ। ਜਦੋਂ ਵੀ ਐਜੀਟੇਸ਼ਨ, ਇੱਕ ਤਾਂ ਗੱਲ ਦੇਖੋ ਜਿਹੜੇ ਆਪਣੇ ਤਾਜ਼ਾ ਐਜੀਟੇਸ਼ਨ ਆ ਉਹ ਅੰਨੇ ਦਾ ਸੀ। ਜਦੋਂ ਵੀ ਵਾਇਲੈਂਟ ਹੋਇਆ, ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਤੇ ਫਿਰ ਰਾਮਦੇਵ ਵਰਗਾ ਸੂਟ ਪਾ ਕੇ ਭੱਜਿਆ, ਫਿਰ ਪੁਲਿਸ ਛਾਲਾਂ ਟਪਾ ਦਿੰਦੀ ਆ। ਦੇਖੋ ਪਤਾ ਨਹੀਂ ਸੂਟ ਕਿੱਥੋਂ ਕੱਢ ਲਿਆ ਮੇਰੇ ਨੇ। ਤੇ ਜਦੋਂ ਵੀ ਪਰ ਅੰਨਾ ਵਾਂਗੂ ਬਹਿ ਕੇ ਤਿਰੰਗਾ ਹਿਲਾਇਆ ਵੀ ਆ ਬੈਠਾ ਤੇ ਜਿੱਤ ਹੋਈ ਆ। ਤੇ ਇਸ ਕਰਕੇ ਆਪਾਂ ਦੇਸ਼ ਦਾ ਨੂੰ ਦੁਸ਼ਮਣ ਨਹੀਂ ਸਮਝਣਾ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਹਣਤਾਂ ਦੇਣੀਆਂ ਵੀ ਭਾਈ ਤੈਨੂੰ ਅਸੀਂ ਬਣਾਇਆ, ਤੂੰ ਸਾਡੇ ਖਾਤਰ ਬੈਠਾ, ਨਾ ਕਿ ਤੂੰ ਉਹਨਾਂ ਦੇ ਖਾਤਰ ਬੈਠਾ। ਤੇ ਹਿੱਲ ਜਾਣਾ, ਜੜ ਕਿੰਨੀ ਕਾ ਨੇੜੇ ਹੀ ਆ ਕੰਮ, ਜੜ ਹਿੱਲੀ ਹੋਈ ਆ, ਬਸ ਮਾੜਾ ਜਿਹਾ ਇੱਕ ਹੋਰ ਬੁੱਲਾ ਆਇਆ ਤਾਂ ਮੂਧੇ ਡਿੱਗ ਜਾਣਾ। ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੇ ਕੁਝ ਇਨਪੁਟਸ ਨੇ ਕਿ BSF ਲਗਾਤਾਰ ਹਾਵੀ ਹੋ ਰਹੀ ਹੈ, ਉਸ ਇਲਾਕੇ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਾਂ ਕਿ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ, ਉਹਨਾਂ ਤੇ ਹਮਲਾ ਕੀਤਾ ਜਾ ਸਕੇ। ਇਦਾਂ ਦਾ ਵੀ ਕੁਝ ਹੈ। ਦੋ ਗੱਲਾਂ ਮੈਂ ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਇੰਨੇ ਰਾਤ ਨੂੰ। ਇੱਕ ਗੱਲ ਬਈ ਹਜੇ ਵੀ ਜੇ ਆਪਾਂ 3 ਕਰੋੜ ਤੋਂ ਉੱਤੇ ਕਹਿੰਦੇ ਆ, ਲੋਕ ਬਾਹਰੋਂ ਵੀ ਆ ਗਏ ਸਾਰਾ, ਹਜੇ ਵੀ ਲੋਕ ਜੇ 10-15 ਲੱਖ ਨੇ ਤੇ ਹਜੇ ਵੀ ਪਿੱਛੋਂ ਇਦੋਂ ਡਬਲ ਜਾਂ ਟ੍ਰਿਪਲ ਲੋਕ ਆ ਸਕਦੇ ਆ। ਫਿਰ ਕਰਾਉਣਾ ਕੀ ਆ? ਜਦੋਂ ਅੱਜ ਨਹੀਂ ਭਾਈ ਭੈਣ ਆਪਾਂ ਜਾਣਦੇ ਆ ਨਾ, ਇੱਕ ਭਾਈ ਭੈਣ ਦੀ ਮਦਦ ਵੇਲੇ, ਲੋੜ ਵੇਲੇ ਜਦੋਂ ਪੈਂਦੀ ਆ, ਅੱਜ ਲੋੜ ਆ ਤੇ ਤੁਸੀਂ ਘਰੇ ਬੈਠੇ ਕੀ ਕਰਦੇ ਹੋ? ਹਾਂ, ਫੰਕਸ਼ਨ ਹੋ ਸਕਦਾ, ਕੋਈ ਕਿਸੇ ਦੇ ਕੁਛ ਉਹਦਾ ਨਿਬੇੜ ਕੇ ਆਓ। ਦੇਖੋ ਮੈਂ ਦੇਖਿਆ ਵੀ ਦਿੱਲੀ ਤੋਂ ਪੜ੍ਹੇ ਲਿਖੇ ਬੱਚੇ, ਮੁੰਡੇ, ਕੁੜੀਆਂ ਸਭ ਜਾਣ ਲੱਗ ਗਏ, ਸਭ ਆਰਟਿਸਟ ਜਾ ਰਹੇ ਆ ਜਿਹੜੇ ਕਿ ਮੈਂ ਸਮਝਦਾ ਇੰਨੀ ਸੋਲ ਇਹ ਲੋਕ ਹੁੰਦੇ ਆ। ਇਹ ਅਸਲੀ ਨਕਲੀ ਕੈਮਰੇ ਚੋਂ ਨਿਕਲ ਕੇ ਅਸਲੀ ਕੈਮਰੇ ਦੇ ਮੂਹਰੇ ਆਏ ਬੈਠੇ ਆ, ਸੰਤ ਮਹਾਂਪੁਰਸ਼ ਆਏ ਬੈਠੇ ਆ। ਤੇ ਇਸ ਕਰਕੇ ਨੰਬਰ ਵਧਾਓ ਹੋਰ। ਹਜੇ ਦੂਜੀ ਗੱਲ, ਦੇਸ਼ ਆਪਣਾ ਹੈ, ਕੋਈ ਵੀ BSF ਫੌਜ ਉਹ 'ਚ ਜਾਟ ਤੇ ਪੰਜਾਬੀ ਉਹ ਆ, ਹਵਾ ਵੱਲ ਨਹੀਂ ਕੋਈ ਝਾਕ ਸਕਦਾ, ਉਹ ਸਭ ਆਪਣੇ ਨੇ। ਇਹ ਸਿਰਫ ਜਾਣ ਕੇ ਇਹ ਸਰਕਾਰਾਂ ਦੇ ਟੈਕਟਿਕਸ ਹੁੰਦੇ ਆ ਵੀ ਉਧਰੋਂ ਫੌਜ ਦੇ ਟਰੱਕ ਚੱਲ ਪਏ ਜੀ, 100 ਕੋਈ ਵੀਡੀਓ ਬਣਾਤੀ, ਕੋਈ ਇੱਧਰੋਂ BSF ਚੱਲ ਪਈ ਜੀ, ਰਾਜਸਥਾਨੋਂ CRP ਚੱਲ ਪਈ। ਉਹ ਆਪਣੇ ਦੇਸ਼ ਦੇ ਬੰਦੇ ਉਹਨਾਂ ਨੇ ਆ ਕੇ ਮਾਰਨੇ ਆ। ਇਹ ਸਿਰਫ ਸਰਕਾਰ ਦੇ ਤਰੀਕੇ ਹੁੰਦੇ ਆ ਵੀ ਪਿੱਛੇ ਮਾਮਾ ਡਰ ਜਾਣ, ਬਾਪ ਡਰ ਜਾਣ, ਆਪਣੇ ਪੁੱਤ ਨੂੰ ਕਹਿਣ ਨਾ ਭਾਈ ਨਾ ਜਾ ਦਿੱਲੀ, ਉੱਥੇ ਤਾਂ ਫੌਜ ਚੱਲ ਪਈ, ਉੱਥੇ ਤਾਂ ਆਹ ਚੱਲ। ਇਹ ਟੈਕਟਿਕ ਸਰਕਾਰ ਦੇ ਹੁੰਦੇ ਆ, ਉਹਨਾਂ ਨੂੰ ਵਰਤਣੇ ਪੈਂਦੇ ਆ ਕਿਉਂਕਿ ਸੱਤਾਧਾਰੀ ਹੁੰਦੇ ਆ ਜਿਹੜੇ ਉਹ ਗੱਲਾਂ। ਪਰ ਕੋਈ ਵੀ ਬੇਫਿਕਰ ਹੋ ਕੇ ਇੱਥੇ ਆਓ, ਇੱਥੇ ਪੱਤਾ ਨਹੀਂ ਹਿੱਲਦਾ ਕਿਉਂਕਿ ਤੁਹਾਡਾ ਐਡਾ ਵੱਡਾ ਇਕੱਠ, ਐਡਾ ਵੱਡਾ ਜੋਸ਼ ਦੇਖ ਕੇ ਸਭ ਪਸਤ ਹੋਏ ਪਏ ਆ। ਪਰ ਤੁਸੀਂ ਆਓ ਜ਼ਰੂਰ, ਕਿਉਂਕਿ ਹੁਣ ਸੰਘਰਸ਼ ਲੰਬਾ ਹੋ ਗਿਆ, ਠੰਡ ਹੋਰ ਵਧਣੀ ਆ। ਹੁਣ ਬਜ਼ੁਰਗਾਂ ਨੇ ਕਈਆਂ ਨੇ ਬਿਮਾਰ ਹੋਣਾ, ਜਿਨ੍ਹਾਂ ਨੂੰ ਪਿੱਛੇ ਜਾਣਾ ਪਊਗਾ। ਤੇ ਨਵੀਂ ਟੀਮ ਆ ਜਿਹੜੀ ਹੋਰ ਬੈਕਅਪ ਆ ਜਿਹੜੀ, ਉਹ ਜ਼ਰੂਰ ਹਿਸਾਬ ਨਾਲ ਜਿਵੇਂ ਤੁਸੀਂ ਲਾਈਆਂ ਡਿਊਟੀਆਂ ਪਿੰਡਾਂ 'ਚ, ਮੇਰੇ ਵਾਲੇ ਹਲਕੇ 'ਚ ਤਾਂ ਸਭ ਨੇ ਗਰੁੱਪ ਬਣਾ ਲਏ, ਕੋਈ ਪ੍ਰਧਾਨ ਤੇ ਇੱਕ 7 ਮੈਂਬਰੀ ਕਮੇਟੀ, ਉਹ 15 ਬੰਦਿਆਂ ਨੂੰ ਭੇਜਦੇ ਆ, 15 ਨੂੰ ਛੱਡਦੇ ਆ। ਕਿਉਂਕਿ ਟਰੈਕਟਰ ਟਰਾਲੀਆਂ ਤੋਂ ਉਰੇ ਖੜੇ ਆ, ਗੱਡੀਆਂ 'ਚ 15 ਬੰਦੇ ਆ ਜਾਂਦੇ ਆ, 15 ਚਲੇ ਜਾਂਦੇ ਆ। ਉਹ ਪੂਰਾ ਤਿਆਰੀ ਹੋ ਗਈ, ਪਰ ਗਿਣਤੀ 15 ਤੋਂ ਵੱਧ ਕੇ
50-50 100-100 ਤੇ ਜਾਣੀ ਚਾਹੀਦੀ ਹੈ, ਕਿਉਂਕਿ ਜੋ ਤੁਸੀਂ ਦੱਸਦੇ ਹੋ ਮੈਨੂੰ ਵੀ ਲੰਗਰਾਂ ਦੀ ਕਮੀ ਹੈ ਉੱਥੇ ਕੋਈ ਨਹੀਂ, ਲੰਗਰਾਂ ਦੀ ਕੋਈ ਕਮੀ ਨਹੀਂ ਹੈ ਔਰ ਪੂਰੀ ਤਿਆਰੀ ਹੈ। ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਤਾਂ ਛੱਡੋ, ਹਰਿਆਣਾ ਦੇ ਵੱਖ-ਵੱਖ ਥਾਵਾਂ ਤੋਂ ਲੰਗਰ ਆ ਰਿਹਾ ਔਰ ਅਸੀਂ ਲਗਾਤਾਰ ਟਰੱਕਾਂ ਦੇ ਵਿੱਚ ਦੇਖ ਰਹੇ ਹਾਂ ਰਾਸ਼ਨ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੋਂ ਭਰ ਕੇ ਆ ਰਿਹਾ। ਹਾਂ, ਦੂਜੀ ਗੱਲ, ਪਰ ਇੱਕ ਗੱਲ ਜ਼ਰੂਰ ਆ, ਜੇ ਆਪਾਂ ਕਹਿੰਦੇ ਨੇ ਇੱਕ ਆ, ਆਪਣੇ ਪੰਜਾਬ ਦੇ ਤਾਂ ਸਾਰੇ ਹੀ ਲੋਕ ਬੈਠੇ ਆ, ਜੇ ਆਪਾਂ ਕਹਿੰਦੇ ਆ ਜੀ ਅਸੀਂ ਯੂਪੀ ਦੀ ਵੀ ਮਦਦ ਕਰਨੀ ਆ, ਜਿਹੜੇ ਇਹ ਬਿੱਲ ਨੇ ਮਹਾਰਾਸ਼ਟਰ 'ਚ ਵੀ ਤੇ ਮੱਧਿਆ ਪ੍ਰਦੇਸ਼ 'ਚ ਵੀ ਆਪਾਂ ਜਿਹੜਾ ਉਹਨਾਂ ਖਾਤਰ ਸਟੈਂਡ ਲੈਣਾ ਭਾਈ, ਫਿਰ ਇਹਨਾਂ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਆਪਣਿਆਂ ਨੂੰ ਸੁਨੇਹੇ ਪਹੁੰਚਾਓ ਵੀ 5000 ਟਰੈਕਟਰ ਮੱਧਿਆ ਪ੍ਰਦੇਸ਼ 'ਚੋਂ ਚੱਲੇ, ਲੱਖ ਬੰਦਾ ਹੈ ਜਿਹੜਾ ਉਹ ਮਹਾਰਾਸ਼ਟਰ ਤੋਂ ਚੱਲੇ, ਉੱਥੋਂ ਸ਼ੁਰੂ ਕਰਦੇ ਪੈਦਲ ਯਾਤਰਾ ਜਦੋਂ ਕਰਦੇ ਹੁੰਦੇ ਹੋ ਆਪਣੀ, ਇਸ ਕਰਕੇ ਐਂ ਯੂਪੀ 'ਚੋਂ ਚੱਲੇ। ਅਸੀਂ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਰੋਜ਼ ਆਪਣੀ ਬੰਦੇ ਮਰਾਉਣੇ, ਜੇ ਤੁਹਾਡੇ ਵੀ ਬਿੱਲ ਇਹਦੇ ਵਿੱਚ ਫਾਇਦਾ ਹੋਣਾ, MSP ਤਾਂ ਸਾਡੇ ਤਾਂ ਹੈਗੀ ਆ, ਤੁਹਾਡੇ MSP ਜੇ ਮਿਲਣ ਲੱਗੂ ਜਿਹੜਾ 1000 ਦਾ ਰੇਟ 1888 ਹੋਊ, ਤੁਸੀਂ ਵੀ ਤਾਂ ਹਿੱਲੋ, ਤੁਸੀਂ ਵੀ ਤਾਂ ਕੋਈ ਆਪਣਾ ਯੋਗਦਾਨ ਪਾਓ ਇਹਦੇ ਵਿੱਚ। ਅਸੀਂ ਤਾਂ ਰੋਜ਼ ਸ਼ਹੀਦ ਹੁੰਨੇ ਆ, 47 ਵੇਲੇ ਵੀ ਅਸੀਂ ਬਾਰਡਰਾਂ ਤੇ ਵੀ ਰੋਜ਼ ਪੰਜਾਬੀ ਮਰਦਾ, ਤੇ ਤੁਸੀਂ ਵੀ ਬਾਕੀ ਸੂਬਿਆਂ ਵਾਲੇ ਤੁਸੀਂ ਲੜਾਕੇ ਹੋ, ਤੁਸੀਂ ਵੀ ਸ਼ੇਰ ਹੋ। ਆ ਮਰਾਠੇ ਆ, ਮਾਰੋ ਦਬਕਾ ਮਰਾਠੇ ਕਿਉਂ ਨਹੀਂ ਨਿਕਲਦੇ ਜੀ? ਇਸ ਕਰਕੇ ਉਹ ਸੂਬਿਆਂ ਨੂੰ ਵੀ ਆਪਣੇ ਆਪਣੇ ਜਿੰਨੇ ਵੀ ਤੁਹਾਡੇ ਜਾਣ ਪਛਾਣੀ ਹੈਗੀ ਆ, ਉਹ ਸੂਬਿਆਂ ਨੂੰ ਵੀ ਜ਼ਰੂਰ ਹਿਲਾਉਣਾ ਦਿੱਤਾ ਜਾਣਾ ਚਾਹੀਦਾ। आपको भी ज़रूर, मैं हिंदी च भी चंद शब्द बोल देता हूँ भी, ज़रूर यूपी मध्य प्रदेश और महाराष्ट्र के वीर भाई वो भी ज़रूर, अगर पंजाब तो कर ही रहा है, पंजाब तो आपकी बॉर्डर पे भी रक्षा करता है, पर आज ज़रूरत है तो आप महाराष्ट्र से चलें, आप मध्य प्रदेश से चलें, आप यूपी से चलें। हमारा सूबा तो इतना है, आपके 2 डिस्ट्रिक्ट मिला के हमारा सूबा है, तो आप तो इतने बड़ा देश है, सबसे आबादी वाला सूबा यूपी है, सबसे बड़ा सूबा मध्य प्रदेश है, वहाँ से 10-10 हज़ार या आदमी नहीं चल सकता, कितनी बड़ी बात है। तो इसलिए ज़रूर जो पंजाब ने इतना बड़ा पेट भरा है हिंदुस्तान का, उसकी मदद में आज आइए। ਭਾਜੀ ਜਿਸ ਤਰੀਕੇ ਨਾਲ ਇੱਕ ਲਾਸਟ ਗੱਲ ਪੁੱਛਣਾ ਤੁਹਾਨੂੰ, ਸਰਦਾਰ ਬੇਅੰਤ ਸਿੰਘ ਜੀ ਦੇ ਟਾਈਮ ਤੋਂ ਅੱਤਵਾਦ ਅਸੀਂ ਲਗਾਤਾਰ ਦੇਖਦੇ ਆਏ ਹਾਂ, ਉਹਨਾਂ ਨੂੰ ਸ਼ਹੀਦੀ ਦੇਣੀ ਪਈ ਔਰ ਹੁਣ ਇੱਕ ਸ਼ਗੁਫਾ ਛੱਡਿਆ ਗਿਆ ਪਿਛਲੇ ਦਿਨੀ ਕਿ ਜੀ ਉਰੇ ਖਾਲਿਸਤਾਨੀ ਆ ਗਏ, ਖਾਲਿਸਤਾਨੀ ਵਿੱਚ ਵੜ ਗਏ ਨੇ। ਗੱਲ ਸੁਣੋ, ਉਹ ਜਿਹੜੇ 5-4 ਨੇ ਉਹਨੂੰ ਸਾਂਭਣ ਨੂੰ ਮੈਂ ਹੀ ਬਹੁਤ ਹਾਂ। ਮੈਂ ਪਹਿਲਾਂ ਹੀ ਜਿਹੜੀ ਇਹ ਖਬਰਾਂ ਲਾਉਂਦੇ ਹੁੰਦੇ, ਮੈਂ ਪਹਿਲਾਂ ਹੀ ਕਹਿ ਦਿੰਦਾ ਭਾਈ ਇਹਨਾਂ ਦਾ ਖਿਆਲ ਰੱਖੋ, ਇਹ 4 ਕੈਮੀ ਹੈਗੇ ਆ 2020 ਵਾਲੇ ਫੋਟੋਆਂ ਜੀਆਂ ਲਾ ਕੇ, ਪਰ ਕਿਸਾਨ ਇਸ ਵਾਰ ਇੰਨਾ ਤਕੜਾ ਸੀ, ਜਿਹੜੇ ਇਹ ਖਾਲਿਸਤਾਨ ਵਾਲੇ ਉਹਨਾਂ ਨੇ ਸਟੇਜ ਤੋਂ ਵੀ ਚਲੋ ਭੱਜੋ, ਜਿਹੜੇ ਆ ਦੂਜੇ ਤੁਹਾਡੇ ਇੱਕ ਸਿਟੀਜ਼ਨ ਅਮੈਂਡਮੈਂਟ ਵਾਲੇ ਆਏ ਸੀ ਉਹ ਭਜਾਏ, ਇੱਕ ਡਫਲੀ ਗੈਂਗ ਆਇਆ ਸੀ ਉਹ ਭਜਾਇਆ, ਆ ਸਿਟੀਜ਼ਨ ਅਮੈਂਡਮੈਂਟ ਵਾਲੇ ਆਏ ਸੀ, ਸ਼ਹੀਨ ਬਾਗ ਵਾਲੇ ਆਏ ਸੀ, ਪਹਿਲੇ 2 ਘੰਟੇ ਉਹੀ ਇਹਨਾਂ ਨੇ ਦੁਬਾਰਾ TV ਚਲਾਤਾ, ਪਰ ਕਿਸਾਨ ਯੂਨੀਅਨ ਤੇ ਆਪਣੇ ਨੌਜਵਾਨਾਂ ਨੇ ਪਹਿਲੇ ਦਿਨੀ, ਕਿਉਂਕਿ ਮੈਂ ਪਹਿਲੇ ਦਿਨੇ ਔਨ ਰਿਕਾਰਡ ਕਹਿਤਾ ਸੀ ਭਾਈ ਇਹ ਆ ਗਏ, ਇਹ ਬਹਾਨਾ ਬਣਾਉਣਗੇ, ਆਉਂਦੇ ਹੀ ਇਹਨਾਂ ਨੂੰ ਭਜਾ ਦਿਓ, ਇਹ ਗੱਲ ਕਹਿਣ ਦਾ ਮੌਕਾ ਨਾ ਮਿਲੇ। ਹੁਣ ਕੱਲਾ ਆਪਣਾ ਤਾਂ ਤੁਹਾਡਾ ਆਪਣਾ ਤਾਂ ਆਪ ਦਾ ਮੀਡੀਆ, ਹੁਣ ਗੋਦੀ ਮੀਡੀਆ ਵੀ ਕੱਲੀ ਗੱਲ ਸਮਝ ਗਿਆ। ਹੁਣ ਤਾਂ ਤੋਮਰ ਨੇ ਕਹਿਤਾ, ਤੋਮਰ ਨੇ ਇਹ ਕਿਹਾ ਵੀ ਮੇਰੀ ਤਾਂ ਜੋ ਗੱਲਬਾਤ ਹੋ ਰਹੀ ਆ ਉਹ ਕਿਸਾਨਾਂ ਨਾਲ ਹੋ ਰਹੀ ਆ, ਔਨ ਰਿਕਾਰਡ ਉਹਨੇ 3 ਦਿਨ ਪਹਿਲਾਂ 4 ਦਿਨ ਪਹਿਲਾਂ ਕਹੀ ਆ ਵੀ ਬਾਕੀ ਜੋ ਮਰਜ਼ੀ ਕੋਈ ਕਵੇ ਮੈਨੂੰ ਨਹੀਂ ਪਤਾ, ਪਰ ਜਿਹੜੀ ਮੇਰੀ ਗੱਲਬਾਤ ਚੱਲ ਰਹੀ ਆ ਉਹ ਟੋਟਲ ਕਿਸਾਨ ਤੇ ਕਿਸਾਨ ਜਥੇਬੰਦੀਆਂ ਨਾਲ ਚੱਲ ਰਹੀ ਆ, ਕੋਈ ਕਿਸੇ ਹੋਰ ਬੰਦੇ ਨਾਲ ਨਹੀਂ ਚੱਲ ਰਹੀ। ਇਹ ਮੈਂ ਜੇ ਕੋਈ ਕਹੂਗਾ ਇਹ ਝੂਠ ਕਹਿ ਰਿਹਾ ਹੈ। ਭਾਜੀ ਸੰਘਰਸ਼ ਦਿਨ ਪਰ ਦਿਨ ਲੰਬਾ ਖਿੱਚ ਰਿਹਾ ਹੈ, ਤੁਸੀਂ ਵੀ ਕਿਹਾ ਠੰਡ ਵੀ ਦਿਨ ਪਰ ਦਿਨ ਵੱਧ ਰਹੀ ਹੈ, ਕੋਈ ਸਾਡੇ ਦਰਸ਼ਕਾਂ ਨੂੰ ਔਰ ਖਾਸ ਤੌਰ ਤੇ ਕਿਸਾਨਾਂ ਨੂੰ ਜਿਹੜੇ ਲੋਕ ਦੇਖ ਰਹੇ ਨੇ ਸਾਨੂੰ ਵੱਖ-ਵੱਖ ਮਾਧਿਅਮ ਰਾਹੀਂ, TV ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ, ਉਹਨਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਹੋ? ਕਿਸ ਤਰੀਕੇ ਦੇ ਨਾਲ ਇਕੱਠੇ ਹੋ ਕੇ ਭਾਰਤ ਸਰਕਾਰ ਦੇ ਉੱਤੇ, ਨਰਿੰਦਰ ਮੋਦੀ ਉੱਤੇ ਇੱਕ ਆਪਣੀ ਇਕੱਠ ਦਿਖਾਉਣ ਤਾਂ ਕਿ ਨਰਿੰਦਰ ਮੋਦੀ ਛੇਤੀ ਤੋਂ ਛੇਤੀ ਝੁਕ ਜਾਣ, ਕਿਉਂਕਿ ਉਰੇ ਜਿਹੜਾ ਕਿਸਾਨ ਪ੍ਰਦਰਸ਼ਨ ਹੈ ਉੱਥੇ ਕੁਛ ਇੱਕ ਜਿਹੜੇ ਸਾਡੇ ਕਿਸਾਨ ਨੇ ਸ਼ਹੀਦ ਵੀ ਹੋਏ ਨੇ ਠੰਡ ਕਾਰਨ, ਕਹਿ ਲਓ ਬਿਮਾਰੀ ਦੇ ਕਾਰਨ। ਉਹ ਜਿਹੜੀਆਂ ਵਿਧਵਾ ਹੋ ਗਈਆਂ ਮਾਵਾਂ ਜਾਂ ਜਿਹੜੇ ਲਵਾਰਿਸ ਹੋ ਗਏ ਬੱਚੇ, ਉਹਨਾਂ ਦਾ ਤਾਂ ਨਹੀਂ ਮੁੜਨਾ। ਤਾਂ ਹੀ ਤਾਂ ਮੈਂ ਕਹਿਣਾ ਵੀ ਜਿਹੜੇ ਕਿਸਾਨ ਨੇ ਇਸ ਵੇਲੇ ਉਹ ਮਿੱਟੀ 'ਚ ਲੜਨ ਵਾਲੇ ਕਿਸਾਨ ਨੇ, ਉਹ ਮਿੱਟੀ 'ਚ ਘੋਲਣ ਵਾਲੇ ਭਲਵਾਨ ਨੇ, ਜਾਨ 'ਚ ਤਕੜੇ ਆ, ਪਰ ਜਿਹੜੇ ਇਹ ਉਰੇ ਬੜੇ ਸਿਰਾਂ ਵਾਲੇ ਆ ਨਾ, ਇਹ 50-50 ਲੱਖ ਮੈਟ ਤੇ 5-5 ਸਾਲ ਦੇ ਪ੍ਰੈਕਟਿਸਾਂ, ਇਹਨਾਂ ਨੂੰ ਪਤਾ ਵੀ ਦਾ ਕਿਹੜਾ ਮਾਰਨਾ ਹੈ, ਉਹ ਲੱਦ ਕੇ ਇਹਨਾਂ ਨੂੰ ਸਿੱਟ ਸਕਦੇ ਆ, ਪਰ ਇਹ ਤੇਲ ਲਾ ਕੇ ਆਉਂਦੇ ਆ, ਸਲਿੱਪ ਕਰਕੇ ਨਿਕਲ ਜਾਂਦੇ ਆ। ਇਸ ਕਰਕੇ ਇਹਨਾਂ ਨਾਲ ਸਿਆਸੀ ਬੰਦਿਆਂ ਨੂੰ ਸਿਆਸੀ ਦਾ ਵੀ ਲਾਉਣਾ ਪੈਣਾ, ਕੱਲਾ ਭਲਵਾਨੀ ਦਾ ਨਾਲ ਨਹੀਂ ਸਿੱਟ ਹੋਣੇ।
ਇਸ ਕਰਕੇ ਨਾਲ ਕਿਸਾਨ ਦੇ ਜਿਹੜਾ ਜ਼ੋਰ ਵਾਲਾ ਦਾ ਏ ਉਹਦੇ ਨਾਲ ਸਿਆਸੀ ਦਾ ਵੀ ਲਾਉਣਾ ਪੈਣਾ ਏ। ਇਹ ਗੱਲ ਕਹਿ ਰਹੇ ਹਾਂ ਵੀ ਇਹ ਨਾਲ ਤਾਕਤ ਦੇ ਸੱਤਾ ਦੇ ਨਾਲ ਸਿਆਸੀ ਦਾ ਵੀ ਖੇਡ ਰਹੇ ਆ, ਜਿਹੜੇ ਕਿ ਕਿਸਾਨ ਜਥੇਬੰਦੀਆਂ ਨੂੰ ਸਮਝ ਨਹੀਂ ਆਉਂਦੀ। ਉਰੇ ਸੱਦ ਕੇ ਐਸਾ ਦਾ ਮਾਰਦੇ ਆ, ਕਿਉਂਕਿ ਮੀਡੀਆ ਇਹਨਾਂ ਦਾ ਏ, ਗੋਦੀ ਮੀਡੀਆ, ਵੱਡਾ ਨੈਸ਼ਨਲ ਮੀਡੀਆ ਤਾਂ ਸਾਰਾ ਇਹਨਾਂ ਕੋਲ। ਤੁਸੀਂ ਬਥੇਰਾ ਇਸ ਵਾਰ ਸਾਂਭੀ ਆ ਕਮਾਨ, ਖੈਰ ਬਰਾਬਰ ਤੋਂ ਵੀ ਉੱਤੇ ਨਹੀਂਗੇ, ਪਰ ਵਿੱਚ ਕਈ ਸਿਆਣੇ ਬੰਦਿਆਂ ਨੂੰ ਹਜੇ ਇਨਵੋਲਵ ਕਰਨਾ ਪਊਗਾ। ਨਹੀਂ ਆਪਾਂ ਐਂ ਹੀ ਬੈਠੇ ਬੰਦੇ ਮਰਵਾਈ ਜਾਵਾਂਗੇ, ਗੁੱਸਾ ਹੋਰ ਵਧੀ ਜਾਊਗਾ, ਕੋਈ ਗਲਤ ਫੈਸਲਾ ਹੋ ਸਕਦਾ ਏ। ਪਰ ਜ਼ਰੂਰ ਜਿਹੜੇ ਆਪਾਂ ਵੀ ਆਪਣੇ ਬੜੇ ਸਿਰਾਂ ਵਾਲੇ ਨੇ, ਜਿਨ੍ਹਾਂ ਨੂੰ ਸਮਝ ਆ, ਜਿਨ੍ਹਾਂ ਨੇ 50 ਲੱਖ ਵਾਲੇ ਮੈਟ 'ਤੇ, ਜਾਂ ਜਿਨ੍ਹਾਂ ਨੇ ਰੀਕੋ ਰੋਮਨ ਜਿਵੇਂ ਜਿਹੜੀ ਕੁਸ਼ਤੀ ਹੁੰਦੀ ਆ ਮਿੱਟੀ ਤੋਂ ਬਾਹਰ ਵਾਲੀ ਖੇਡਣ ਜਿਹੜੇ ਜਾਣਦੇ ਆ, ਉਹਨਾਂ ਨਾਲ ਵੀ ਸਲਾਹ ਮਸ਼ਵਰਾ, ਕ੍ਰੈਡਿਟ ਬੇਸ਼ੱਕ ਨਾ ਦੇਣ ਪਰ ਅੰਦਰ ਖਾਤੇ ਟੈਲੀਫੋਨਾਂ 'ਤੇ ਉਹਨਾਂ ਨਾਲ ਗੱਲ ਜ਼ਰੂਰ ਕਰ ਲੈਣ। ਚੀਫ ਮਿਨਿਸਟਰ ਪੰਜਾਬ ਆ, ਚੀਫ ਮਿਨਿਸਟਰ ਰਾਜਸਥਾਨ ਆ, ਇਹਨਾਂ ਨੂੰ ਕਹਿਣ ਵੀ ਸੀਐਮ ਤੁਹਾਨੂੰ ਬਣਾਇਆ ਭਾਈ, ਅਸੀਂ ਤਾਂ ਜ਼ੋਰ ਲਾ ਲਿਆ, ਕ੍ਰੈਡਿਟ ਕਰੂਡਿਟ ਤੁਹਾਨੂੰ ਕੋਈ ਨਹੀਂ ਦੇਣਾ, ਪਰ ਸਾਡੇ ਮਦਦ 'ਚ ਪਿੱਛੇ ਲੱਗੋ। ਪਰ ਤੁਸੀਂ ਭਾਈ ਪੁਰਾਣੇ ਭਲਵਾਨ ਹੋ, ਘੁਲੋ ਨਾਲ ਆ ਕੇ, ਤੁਹਾਨੂੰ ਅਸੀਂ ਜ਼ਿੰਮੇਵਾਰੀਆਂ 'ਚ ਮੁੱਖ ਮੰਤਰੀ ਨੇ ਦਿੱਤੀਆਂ, ਕਿਉਂ ਬੈਠੇ ਹੋ, ਆਓ ਇੱਥੇ। ਰਾਹੁਲ ਗਾਂਧੀ ਗਏ ਸਨ, ਸੀਤਾਰਾਮ ਯੇਚੂਰੀ ਗਏ ਸੀਗੇ, ਸ਼ਰਦ ਪਵਾਰ ਗਏ ਸੀ, ਰਾਸ਼ਟਰਪਤੀ ਨੂੰ ਮਿਲ ਕੇ ਗਏ, ਪਰ ਕੋਈ ਵੀ ਹੱਲ ਨਹੀਂ ਨਿਕਲਿਆ, ਆਸ਼ਵਾਸਨ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ। ਉਹ ਸਰਕਾਰਾਂ ਨਹੀਂ ਗਈਆਂ ਡਾਕਟਰ ਮਨਮੋਹਨ ਸਿੰਘ ਦੀਆਂ ਵੀ, ਅੰਨਾ ਹਜ਼ਾਰੇ ਆ ਜਾਊਗਾ, ਆਪੋਜੀਸ਼ਨ ਵਾਲੇ ਆ ਜਾਣਗੇ, ਤੇ ਸੋਨੀਆ ਗਾਂਧੀ ਕਹੂਗੀ ਜਲਦੀ ਮਨਮੋਹਨ ਸਿੰਘ ਜੀ ਮੀਟਿੰਗ ਕਰੋ, ਜੋ ਇਹ ਕਹਤੇ ਹੈ ਉਸਕੋ ਕਰੋ। ਇਹਨਾਂ ਨੂੰ ਕੀ ਆ, ਇਹਦਾ ਉਹ ਗੋਦਰਾ ਵਾਲੇ ਬੰਦੇ ਨੇ, ਇਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਇਹ ਚੀਜ਼ਾਂ ਦਾ। ਇੱਥੇ ਆਪਾਂ ਬੈਠੇ ਆ, ਇਹ 900 ਜਿਵੇਂ ਆਪਾਂ ਗੱਲ ਕੀਤੀ ਉਦਘਾਟਨ ਕਰੀ ਜਾਂਦਾ, ਪਰਸੋਂ ਕਿਸਾਨ ਉੱਥੇ ਸ਼ਹੀਦ ਹੋ ਰਹੇ ਸੀ, ਇਹ ਆਪਣਾ ਵਾਰਾਣਸੀ ਤਬਲੇ ਦੀ ਧਾਕ ਤੇ ਉਹ ਜਿਹੜੀ ਸਟੀਮਰ ਜਿਹਾ ਸੀ ਬੜਾ ਸਾਰਾ ਕਰੂਜ਼, ਤੇ ਉੱਥੇ ਦੇਖ ਲਓ ਕਿਵੇਂ ਥਿਰਕ ਰਿਹਾ ਸੀਗਾ। ਇਸ ਕਰਕੇ ਇਹ ਬੜੇ ਹੋਰ ਤਰ੍ਹਾਂ ਦੇ ਰੁੱਖੇ ਲੋਕ ਨੇ, ਇਹਨਾਂ ਨੂੰ ਬੜੇ ਤਰੀਕੇ ਨਾਲ ਚਾਰੋਂ ਪਾਸੋਂ ਘੇਰਨਾ ਪਊਗਾ ਪੰਜਾਬ ਦੇ ਹਰ ਬੰਦੇ ਨਾਲ। ਇਹ ਨਹੀਂ ਕੋਈ ਪੰਜਾਬ ਦਾ ਸਿਆਸੀ ਬੰਦਾ ਜੀ ਚੱਲ ਤੈਨੂੰ ਬੋਲਣ ਨਹੀਂ ਦੇਣਾ ਜੀ, ਤੂੰ ਫਲਾਨਾ ਜੀ, ਤੈਨੂੰ ਅਸੀਂ ਸਟੇਜ ਤੇ ਬਾਈਕਾਟ, ਤੈਨੂੰ ਨਹੀਂ ਚੜ੍ਹਨ ਦੇਣਾ ਜੀ, ਗੁਰਦਾਸ ਮਾਨ ਆ ਗਿਆ ਓਏ ਉਹਦੀ ਹੂਟਿੰਗ ਕਰਤੀ। ਵੱਡੇ ਵੱਡੇ ਲੋਕਾਂ ਨੂੰ ਆਪਾਂ ਤਾਂ ਆਪਦਾ ਹੀ ਇੱਥੇ ਹਜੇ ਤਾਂ ਆਪਦੀਆਂ ਕਿਹੜਾਂ ਕੱਢ ਰਹੇ ਹਾਂ। ਪਹਿਲਾਂ ਉਹ ਕਿੱਡਾਂ ਕੱਢ ਕੇ ਇਕੱਠੇ ਹੋ ਜਾਓ, ਸਿਰ ਜੋੜ ਲਓ ਸਾਰੇ। ਕ੍ਰੈਡਿਟ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਦੇ ਦਿਓ ਸਾਰਾ, ਵੀ ਭਾਈ ਤੁਸੀਂ ਕਰਨ ਵਾਲੇ ਹੋ, ਤੁਹਾਡੇ ਕਰਕੇ ਆਏ ਨੇ, ਅਸੀਂ ਵੀ ਤੁਹਾਡੇ ਕਰਕੇ ਆਏ ਹਾਂ, ਤੁਹਾਡਾ ਜ਼ੋਰ ਦੇਖ ਕੇ। ਪਰ ਸਲਾਹ ਸਭ ਤੋਂ ਲੈ ਲਓ ਹੁਣ, ਨਹੀਂ ਨੁਕਸਾਨ ਨਾ ਕਰਵਾ ਲਿਓ ਬਸ। ਦੇਖੋ ਬਿਲਕੁਲ ਸਹੀ ਗੱਲ ਹੈ ਕਿ ਕਿਤੇ ਨੁਕਸਾਨ ਨਾ ਕਰਵਾ ਲਿਓ। ਦਿਨ ਪਰ ਦਿਨ ਰਾਤ ਬੀਤਦੀ ਜਾ ਰਹੀ ਹੈ, ਠੰਡ ਵੀ ਵੱਧ ਰਹੀ ਹੈ ਔਰ ਠਿਠੁਰਨ ਵੀ ਵੱਧ ਰਹੀ ਹੈ, ਪਰ ਜਿਹੜੇ ਲੋਕ ਸਭਾ ਮੈਂਬਰ ਨੇ, ਵਿਧਾਇਕ ਨੇ, ਲਗਾਤਾਰ ਲੱਗੇ ਹੋਏ ਨੇ ਇਸ ਠੰਡ ਦੇ ਵਿੱਚ ਵੀ। ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਅਸਮਾਨ ਦੇ ਵਿੱਚ ਕੋਈ ਤਰਪਾਲ ਨਹੀਂ ਪਾਈ ਹੋਈ, ਉਸੇ ਤਰੀਕੇ ਨਾਲ ਗੱਦਿਆਂ ਦੇ ਉੱਤੇ ਬੈਠੇ ਨੇ, ਰਜਾਈਆਂ ਓੜ ਕੇ ਇਹਨਾਂ ਨੇ ਸਾਰੀ ਰਾਤ ਕੱਟਣੀ ਹੈ। ਸਾਨੂੰ ਵੀ ਦੇਖੋ, ਮੈਂ ਕਰ ਰਿਹਾ, ਮੈਨੂੰ ਵੀ ਠੰਡ ਚੜ ਰਹੀ ਹੈ, ਖਾਸ ਤੌਰ ਤੇ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ। ਲੇਕਿਨ ਜਿਹੜੇ ਕਿਸਾਨ ਦੇ ਸੰਘਰਸ਼ ਦੇ ਲਈ, ਕਿਸਾਨਾਂ ਦਾ ਸਾਥ ਦੇਣ ਲਈ ਵੱਖ-ਵੱਖ ਥਾਵਾਂ ਤੋਂ ਆਏ ਹੋਏ ਪੰਜਾਬ ਦੇ ਲੋਕ ਸਭਾ ਮੈਂਬਰ ਤੇ ਕਾਂਗਰਸੀ ਵਿਧਾਇਕ ਲਗਾਤਾਰ ਡਟੇ ਹੋਏ ਨੇ। ਔਰ ਖਾਸ ਤੌਰ ਤੇ ਬਿੱਟੂ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਿ ਅੱਜ ਜੁੜਨ ਦੀ ਲੋੜ ਹੈ, ਜੋੜਨ ਦੀ ਲੋੜ ਹੈ। ਕ੍ਰੈਡਿਟ ਭਾਵੇਂ ਕਿਸੇ ਨੂੰ ਦਿਓ ਜਾਂ ਨਾ ਦਿਓ, ਕੁੱਲ ਮਿਲਾ ਕੇ ਜੇ ਜਿੱਤ ਹੋਣੀ ਚਾਹੀਦੀ ਹੈ ਤਾਂ ਉਹ ਕਿਸਾਨਾਂ ਦੀ ਹੋਣੀ ਚਾਹੀਦੀ ਹੈ। ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਹੈ। ਕੈਮਰਾਮੈਨ ਦੀਪਕ ਤੇ ਜਸ਼ਨਪ੍ਰੀਤ ਸਿੰਘ ਦੇ ਨਾਲ ਮੈਂ ਸ਼ਿਵ ਨਾਰਾਇਣ ਜਾਂਗੜਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ ਹਰ ਨਵੀਂ ਤਾਜ਼ਾ ਤੇ ਗਰਾਊਂਡ ਜ਼ੀਰੋ ਤੋਂ ਹਰ ਰਿਪੋਰਟ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ।